ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਏਸ਼ੀਆ ਟੀਵੀ ਦਾ ਖਾਸ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਗਏ ਹਾਂ। ਮੈਂ ਹਾਂ ਨਵਜੀਤ। ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰਾਂਗੇ। ਹਰ ਰੋਜ਼ ਦੀ ਤਰ੍ਹਾਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਦਾ ਸਾਥ ਹੈ। ਸਭ ਤੋਂ ਪਹਿਲਾਂ ਸਵਾਗਤ, ਫਿਰ ਕਰਦੇ ਚਰਚਾ। ਪੰਨੂ ਸਾਹਿਬ ਸਵਾਗਤ ਜੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਨਵਜੀਤ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਅੱਜ ਆਜ਼ਾਦੀ ਦਾ 77ਵਾਂ ਦਿਹਾੜਾ ਮਨਾਇਆ ਜਾ ਰਿਹਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਸੰਬੋਧਨ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਹੋਰ ਵੀ ਬਹੁਤ ਸਾਰੀਆਂ ਸਿਆਸੀ ਸ਼ਖਸੀਅਤਾਂ ਨੇ। ਕੀ ਕਹਿਣਾ ਚਾਹੁੰਦੇ ਆ ਜੀ ਇਸ ਦਿਨ ਤੇ? ਦੇਖੋ, ਲੋਕਾਂ ਨੂੰ ਚਾਅ ਹੁੰਦਾ ਦੇਸ਼ ਆਜ਼ਾਦ ਹੋਇਆ ਸੀ, ਉਹ ਦਿਨ ਜਦੋਂ ਵੀ ਆਵੇ ਲੋਕੀ ਉੱਦਾਂ ਵੀ ਚਾਅ ਦਾ ਕੋਈ ਨਾ ਕੋਈ ਮੌਕਾ ਭਾਲਦੇ ਆ। ਟੈਨਸ਼ਨਾਂ ਬਹੁਤ ਨੇ ਜ਼ਿੰਦਗੀ 'ਚ, ਮੇਲੇ ਮਸਾਬੇ ਵੀ ਲੋਕੀ ਤਾਂ ਉਡੀਕਦੇ ਆ। ਦੀਵਾਲੀ, ਲੋਹੜੀ, ਵਿਸਾਖੀ ਵੀ ਲੋਕੀ ਇਸੇ ਕਰਕੇ ਉਡੀਕਦੇ ਆ। ਕੁਝ ਲੋਕ ਈਦ ਵੀ ਉਡੀਕਦੇ ਆ। ਉਹ ਸਿਰਫ ਇਸ ਕਰਕੇ ਕੋਈ ਚਾਅ ਦਾ ਮੌਕਾ, ਕੋਈ ਖੁਸ਼ ਹੋਣ ਦਾ ਮੌਕਾ ਮਿਲ ਜਾਵੇ। ਇਹਨਾਂ ਮੌਕਿਆਂ ਦੇ ਉੱਤੇ ਗੱਲਾਂ ਕਰਨੀਆਂ ਹੁੰਦੀਆਂ ਦੇਸ਼ ਦੀ ਆਜ਼ਾਦੀ ਦੀਆਂ, ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲਿਆਂ ਦੀਆਂ ਜੀ, ਤੇ ਉਹਨਾਂ ਦੀਆਂ ਕੁਰਬਾਨੀਆਂ ਤੋਂ ਬਾਅਦ ਮਿਲੇ ਆਜ਼ਾਦੀ ਦੇ ਫਲ ਦੀਆਂ। ਸਾਡੀ ਸਮੱਸਿਆ ਇਹ ਹੈ ਕਿ ਦੇਸ਼ ਦੀ ਅਗਵਾਈ ਕਰਨ ਵਾਲੇ ਸਾਰੇ ਲੀਡਰ ਇਹੋ ਜਿਹੇ ਮੌਕੇ ਵੀ ਆਪਣੀ ਸਿਆਸਤ ਦਾ ਗਿਲਾ ਪੀਣ ਪਾ ਕੇ ਬੈਠ ਜਾਂਦੇ ਆ। ਹਰ ਕੋਈ ਆਪਣੇ ਸਿਆਸੀ ਚਾਂਦਮਾਰੀ ਕਰਦਾ, ਵਿਰੋਧੀਆਂ ਨੂੰ ਭੰਡਦਾ, ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਉੱਤਮ ਪੁਰਸ਼ ਦੱਸਣ ਦਾ ਯਤਨ ਕਰਦਾ। ਜੀ, ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਲਾਲ ਕਿਲ੍ਹੇ ਤੋਂ 10ਵਾਂ ਭਾਸ਼ਣ ਦਿੱਤਾ। ਉਹਨਾਂ ਨੂੰ ਮੁਬਾਰਕ ਹੈ, 10ਵਾਂ ਭਾਸ਼ਣ ਦਿੱਤਾ, ਪਰ ਨਾਲ ਹੀ ਇਹ ਕਹਿ ਦਿੱਤਾ ਕਿ ਅਗਲੇ ਸਾਲ ਭਾਸ਼ਣ 11ਵਾਂ ਵੀ ਮੈਂ ਹੀ ਕਰੂੰਗਾ। ਐਡਾ ਬੁਲੰਦ ਬਾਂਗ ਦਾਵਾ, ਪਤਾ ਨਹੀਂ ਲੋਕਾਂ ਨੇ ਕੱਲ੍ਹ ਨੂੰ ਕੀ ਉਹਨਾਂ ਦੇ ਮਨ ਵਿੱਚ ਹੈ, ਕੀ ਸਿੱਟਾ ਕੱਢਣਾ, ਕਿੱਦਾਂ ਦੀਆਂ ਵੋਟਾਂ ਪਾਉਣਗੇ। ਵਿਰੋਧੀ ਪਾਰਟੀਆਂ ਕਹਿੰਦੀਆਂ ਜੀ ਇਸ ਵਾਰੀ ਪ੍ਰਧਾਨ ਮੰਤਰੀ ਸਾਹਿਬ ਨੇ ਝੰਡਾ ਚਲਾ ਲਿਆ, ਨਰਿੰਦਰ ਮੋਦੀ ਸਾਹਿਬ ਨੇ, ਅਗਲੀ ਵਾਰੀ ਕੋਈ ਹੋਰ ਪ੍ਰਧਾਨ ਮੰਤਰੀ ਆਵੇਗਾ, ਚਲੋ ਨਰਿੰਦਰ ਮੋਦੀ ਵੀ ਖੁਸ਼, ਵਿਰੋਧੀ ਪਾਰਟੀਆਂ ਵੀ ਖੁਸ਼, ਅਸੀਂ ਲੋਕਾਂ 'ਤੇ ਛੱਡ ਦਿਆਂਗੇ ਕਿ ਲੋਕ ਕੀ ਫਤਵਾ ਦਿੰਦੇ, ਜਿਹੜਾ ਆਊਗਾ ਉਹਨੂੰ ਵੇਖ ਲਾਂਗੇ, ਚੰਗਾ ਹੋਇਆ ਸੁਣ ਲਾਂਗੇ, ਮਾੜਾ ਹੋਇਆ ਭੁਗਤ ਲਾਂਗੇ, ਅੱਗੇ ਕਿਹੜਾ ਨਹੀਂ ਭੁਗਤਦੇ ਆਏ ਹੋਰ ਸਹੀ ਉਹ ਵੀ ਵੇਖ ਲਾਂਗੇ। ਅੱਜ ਇੱਕ ਗੱਲ ਚਰਚਾ ਦਾ ਵਿਸ਼ਾ ਬਣੀ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਉੱਧਰੋਂ ਭਾਸ਼ਣ ਸ਼ੁਰੂ ਕੀਤਾ, ਉੱਥੋਂ ਸਟੇਜ ਤੋਂ ਪਿਛਲੇ ਪਾਸਿਓਂ ਕਿਸੇ ਨੇ ਛਿੱਕ ਮਾਰਤੀ। ਪਤਾ ਨਹੀਂ ਸਹੀ ਹੈ ਕਿ ਗਲਤ ਹੈ। ਇਹ ਬੜੀ ਚਰਚਾ ਦਾ ਵਿਸ਼ਾ ਬਣੀ। ਮੈਂ ਤਾਂ ਉਹਨਾਂ ਦਾ ਭਾਸ਼ਣ ਲਗਾਤਾਰ ਨਾਲ ਸੁਣਿਆ ਨਹੀਂ, ਪਰ ਜਿੰਨਾ ਸੁਣਿਆ ਉਹ ਇੱਦਾਂ ਦੀਆਂ ਗੱਲਾਂ ਕਰਦੇ ਆ। ਕੁਦਰਤੀ ਤੌਰ 'ਤੇ ਕਿਸੇ ਨੂੰ ਆ ਵੀ ਸਕਦੀ ਹੈ, ਪਰ ਇਸ ਤਰ੍ਹਾਂ ਦਾ ਮੌਸਮ ਤਾਂ ਹੈ ਨਹੀਂ ਕਿ ਉੱਥੇ ਲਾਲ ਕਿਲ੍ਹੇ ਦੀ ਕੰਧ 'ਤੇ ਖੜਿਆ ਕਿਸੇ ਨੂੰ ਅੱਜ ਛਿੱਕਾਂ ਆਉਣ ਲੱਗ ਜਾਣ। ਮੌਸਮ ਤਾਂ ਠੀਕ ਠਾਕ ਹੀ ਜਾਪਦਾ ਸੀ, ਹੋ ਵੀ ਜਾਂਦਾ ਹੈ, ਮਾਮੂਲੀ ਗੱਲ ਇਹ ਕੋਈ ਨਹੀਂ। ਪਰ ਇਸ ਛਿੱਕ ਨੂੰ ਅਗਲੇ ਸਾਲ ਦੀਆਂ ਚੋਣਾਂ ਨਾਲ ਜੋੜ ਦੇਣਾ, ਜਿਹੜੇ ਜੋੜਦੇ ਆ ਉਹ ਵੀ ਖੁਸ਼, ਜਿਹੜੇ ਇਹੋ ਜਿਹੀ ਗੱਲ ਨੂੰ ਅੱਖੋਂ ਪਰੋਖਾ ਕਰਦੇ ਆ ਉਹ ਵੀ ਖੁਸ਼। ਅਸੀਂ ਉਹਦੇ 'ਚ ਨਹੀਂ ਜਾਂਦੇ। ਵੱਡੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਜਦੋਂ ਵੀ ਬੋਲਦੇ ਆ ਅਗਲਾ ਦਾਅਵਾ ਕਰਦੇ ਆ, ਅਗਲੇ 5 ਸਾਲਾਂ 'ਚ ਮੈਂ ਆਹ ਕਰ ਦੂੰ, ਅਗਲੇ 10 ਸਾਲਾਂ 'ਚ ਮੈਂ ਆਹ ਕਰ ਦੂੰ ਜੀ, ਅਗਲੇ 5 ਸਾਲਾਂ 'ਚ ਆਹ ਕਰ ਦਿਆਂਗੇ। 76 ਸਾਲ ਹੋ ਗਏ ਦੇਸ਼ ਦੀ ਆਜ਼ਾਦੀ ਨੂੰ। ਕਹਿੰਦੇ ਜਦੋਂ 100 ਸਾਲ ਪੂਰੇ ਹੋਣਗੇ, ਆਜ਼ਾਦੀ ਦੀ ਸ਼ਤਾਬਦੀ ਮਨਾਵਾਂਗੇ, ਉਦੋਂ ਆਹ ਹੋਵੇਗਾ, ਆਹ ਹੋਵੇਗਾ, ਆਹ ਹੋਵੇਗਾ। ਜਦੋਂ ਇਹਨਾਂ ਨੇ ਬੁਲਟ ਟ੍ਰੇਨ ਵਾਸਤੇ ਕਰਜ਼ਾ ਲੈਣਾ ਸੀ ਤੇ ਜਾਪਾਨ ਵਾਲਿਆਂ ਨਾਲ ਗੱਲ ਚੱਲਦੀ ਸੀ, ਪਤਾ ਲੱਗਾ ਕਿ ਕਰਜ਼ੇ ਦੀ ਮਿਆਦ 50 ਸਾਲ ਦੀ ਰੱਖੀ ਹੈ। ਤੇ ਸਾਡੇ ਇੱਕ ਵਿਅੰਗਕਾਰ ਨੇ ਕਿਹਾ ਸੀ ਸਭ ਤੋਂ ਵਧੀਆ ਤਰੀਕਾ ਕਰਜ਼ਾ ਲੈਣ ਦਾ ਇਹੋ ਹੀ ਆ ਕਿ ਮਿਆਦ ਇੰਨੀ ਲੰਮੀ ਰੱਖ ਦਿਓ ਜਦੋਂ ਤੱਕ ਨਾ ਕਰਜ਼ਾ ਦੇਣ ਵਾਲਾ ਲੱਭੇ ਤੇ ਨਾ ਕਰਜ਼ਾ ਲੈਣ ਵਾਲਾ ਲੱਭੇ, ਆਪੇ ਅਗਲੀਆਂ ਪੀੜ੍ਹੀਆਂ ਦੇ ਲੋਕ ਆਪਸ ਵਿੱਚ ਲੜਦੇ ਰਹਿਣ, ਮੁਕੱਦਮੇਬਾਜ਼ੀ ਕਰਦੇ ਰਹਿਣ। ਜੀ, ਇੱਥੇ ਵੀ ਦਾਅਵਾ 25 ਸਾਲ ਅਗਾਂਹ ਦਾ। ਉਹ ਸਾਡੇ ਇਹੋ ਜਿਹੇ ਹਾਲਾਤ ਨੇ ਕਿ ਲੋਕਾਂ ਨੂੰ ਭੜਕ ਦੀ ਚਿੰਤਾ, ਅੱਜ ਸ਼ਾਮ ਦੀ ਰੋਟੀ ਦੀ ਚਿੰਤਾ। ਪ੍ਰਧਾਨ ਮੰਤਰੀ ਸਾਹਿਬ 25 ਸਾਲ ਅਗਾਂਹ ਦੀ ਗੱਲ ਕਰਦੇ ਆ। ਇਸੇ ਤਰ੍ਹਾਂ ਉਹਨਾਂ ਦੀ ਵੇਖੋ ਵੇਖੀ ਰਾਜਾਂ ਦੇ ਵਿੱਚ ਲਗਭਗ ਸਾਰੇ ਮੁੱਖ ਮੰਤਰੀਆਂ ਨੇ, ਗਵਰਨਰਾਂ ਨੇ, ਮੰਤਰੀਆਂ ਨੇ, ਜਿੱਥੇ ਜਿੱਥੇ ਝੰਡੇ ਝੁਲਾਏ ਆ, ਸਾਰਿਆਂ ਨੇ ਬੜੇ ਵੱਡੇ ਵੱਡੇ ਦਾਅਵੇ ਕੀਤੇ। ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਦਾਅਵਾ ਕਰਤਾ। ਉਹਨਾਂ ਕਿਹਾ 1 ਮਹੀਨੇ 'ਚ ਅਸੀਂ ਵੇਖੋ ਨਸ਼ੇ ਖਤਮ ਕਰ ਦਿਆਂਗੇ ਪੰਜਾਬ 'ਚੋਂ। ਕਰ ਦਿਓ ਮਹਾਰਾਜ, ਕਰ ਦਿਓ, ਅਸੀਂ ਉਡੀਕਾਂਗੇ।
ਪਰ ਕਰਕੇ ਤੇ ਵਿਖਾਓ। ਕਰਦੇ ਹੋਗੇ ਬੜਾ ਚੰਗਾ ਲੱਗੇਗਾ। ਅਗਲੇ ਸਾਲ 'ਚ ਕਰ ਦਿਓ ਕਿਉਂਕਿ ਅਗਲੇ ਪਾਸੇ ਚੋਣਾਂ ਆ ਰਹੀਆਂ ਨੇ ਲੋਕ ਸਭਾ ਦੀਆਂ। ਉਹਨਾਂ ਚੋਣਾਂ ਮੌਕੇ ਲੋਕਾਂ ਨੇ ਤੁਹਾਨੂੰ ਚੇਤਾ ਕਰਾਉਣਾ ਕਿ ਤੁਸੀਂ ਵਾਅਦਾ ਕੀਤਾ ਸੀ ਤੇ ਨਸ਼ੇ ਅਜੇ ਤੱਕ ਉਸੇ ਤਰ੍ਹਾਂ ਚੱਲੀ ਜਾਂਦੇ। ਬਲਕਿ ਇਹ ਦੋਸ਼ ਬਹੁਤ ਵੱਡਾ ਹੈ ਕਿ ਤੁਹਾਡੀ ਪਾਰਟੀ ਦੇ ਕੁਝ ਲੋਕ ਨਸ਼ੇ ਵੇਚਣ ਵਾਲਿਆਂ ਨਾਲ ਰਲ ਗਏ ਤੇ ਲੋਕੀ ਮੂੰਹੋਂ ਕਹਿੰਦੇ ਆ ਤੇ ਜੇ ਇਹਨਾਂ ਨੂੰ ਨੱਥ ਨਾ ਪਾਈ ਤੇ ਤੁਹਾਡੀ ਸਰਕਾਰ ਦੀ ਬਦਨਾਮੀ ਦਾ ਕਾਰਨ ਬਣਨਗੇ। ਅੱਜ ਦੀ ਤਰੀਕ ਵਿੱਚ ਪੰਜਾਬ 'ਚ ਭ੍ਰਿਸ਼ਟਾਚਾਰ ਦਾ ਰੌਲਾ ਤੇ ਹਮੇਸ਼ਾ ਪੈਂਦਾ ਰਿਹਾ, ਹੁਣ ਵੀ ਪੈਂਦਾ, ਗਾਂਹ ਵੀ ਪੈ ਜੂ। ਉਹਨੂੰ ਲੋਕੀ ਉਹਨਾਂ ਬੁਰਾ ਨਹੀਂ ਸਮਝਦੇ, ਹਾਲਾਂਕਿ ਬਹੁਤ ਬੁਰਾ, ਪਰ ਉਹਨਾਂ ਨਹੀਂ ਸਮਝਦੇ। ਇੱਥੇ ਹੋਰ ਕਈ ਗੱਲਾਂ ਨੇ, ਅਮਨ ਕਾਨੂੰਨ ਦੀ ਹਾਲਤ ਵੀ ਹੈ, ਪਰ ਜਿਹੜੀ ਗੱਲ ਸਭ ਤੋਂ ਵੱਧ ਮਾੜੀ ਹੈ ਉਹ ਹੈ ਨਸ਼ਿਆਂ ਦਾ ਮਾਮਲਾ। ਇੱਕ ਟੱਬਰ 'ਚੋਂ 2-2 3-3 ਜੀ ਮਰ ਗਏ। ਆ ਪਿਛਲੇ 2 ਮਹੀਨਿਆਂ ਦੀਆਂ ਅਖਬਾਰਾਂ ਕੱਢ ਕੇ ਪੜ੍ਹ ਲਓ। 2 ਥਾਵਾਂ ਤੇ ਦੁਖੀ ਹੋਏ ਪਿਓ ਨੇ ਪੁੱਤ ਵੱਢ ਦਿੱਤਾ, ਮਾਰ ਦਿੱਤਾ, ਕਿਉਂਕਿ ਸਾਰਾ ਘਰ ਲੁਟਾਤਾ ਸੀ। ਹੁਣ ਘਰ ਦੇ ਜੀਆਂ ਨੂੰ ਵੀ ਮਾਰਨ ਪੈਂਦਾ ਸੀ ਨਸ਼ਿਆਂ ਖਾਤਰ। ਇੱਕ ਥਾਂ ਦੇ ਉੱਤੇ ਇੱਕ ਮੁੰਡੇ ਨੇ ਆਪਣਾ ਪਿਓ ਇਸ ਕਰਕੇ ਵੱਢਤਾ ਕਿ ਨਸ਼ੇ ਲਈ ਪੈਸੇ ਚਾਹੀਦੇ ਤੇ ਪਿਓ ਦਿੰਦਾ ਨਹੀਂ ਸੀ। ਇੱਕ ਥਾਂ ਤੇ ਇੱਕ ਮੁੰਡੇ ਨੇ ਆਪਣੀ ਮਾਂ ਮਾਰ ਦਿੱਤੀ ਕਿਉਂਕਿ ਮਾਂ ਤੋਂ ਪੈਸੇ ਮੰਗਦਾ, ਮਾਂ ਦਿੰਦੀ ਨਹੀਂ ਸੀ, ਉਹਦੇ ਕੋਲ ਰਹਿ ਹੀ ਨਹੀਂ, ਦੇਵੇ ਕਿੱਥੋਂ ਵਿਚਾਰੀ। ਇੱਕ ਘਰ ਦੇ ਵਿੱਚ 2 ਪੁੱਤ ਮਰ ਗਏ ਆ, ਤੀਸਰਾ ਮਰਨਾਊ ਪਿਆ ਨਸ਼ਿਆਂ ਨਾਲ ਹੀ। ਇੱਕ ਘਰ ਦੇ ਵਿੱਚ ਮੁੰਡਾ NRI ਇੱਥੇ ਪਰਿਵਾਰ ਨੂੰ ਮਿਲਣ ਵਾਸਤੇ ਆਇਆ, ਆਉਂਦੇ ਯਾਰਾਂ ਨਾਲ ਸ਼ਾਮ ਨੂੰ ਜਾ ਕੇ ਟੀਕਾ ਲਾ ਲਿਆ। ਇੱਥੋਂ ਪਹਿਲਾਂ ਵੀ ਇਹ ਕੰਮ ਕਰਦਾ ਗਿਆ ਸੀ, ਮੁੜ ਕੇ ਆ ਕੇ ਫਿਰ ਉਹ ਕੁਝ ਕੀਤਾ, ਉਹ ਮਰ ਗਿਆ। ਇਹ ਜਿਹੜੇ 70 ਵਿਸ਼ੇ ਪਏ ਆ, ਮੈਂ ਇਹ ਮੰਨਣ ਨੂੰ ਤਿਆਰ ਨਹੀਂ ਕਿ ਪੁਲਿਸ ਵਾਲਿਆਂ ਨੂੰ ਪਤਾ ਨਹੀਂ। ਹਰ ਇਲਾਕੇ ਵਿੱਚ ਥਾਣੇਦਾਰ ਨੂੰ ਪਤਾ ਹੁੰਦਾ ਕਿ ਉੱਥੇ ਲੋਕਾਂ ਦੀ ਨਬਜ਼ ਕਿੱਥੇ ਧੜਕਦੀ ਆ, ਕੌਣ ਹਿੱਸਾ ਪੱਤੀ ਲੈਂਦਾ, ਕੌਣ ਗੁੰਡਾਗਰਦੀ ਕਰਦਾ, ਕੌਣ ਮਾਲ ਵੇਚਦਾ ਤੇ ਕੌਣ ਵਿਕਾਉਂਦਾ। ਉਹਨਾਂ ਦੇ ਹੱਥ ਬੰਨ੍ਹੇ ਹੁੰਦੇ ਆ, ਕਿਉਂਕਿ ਉੱਥੇ ਹੱਥ ਇਸ ਕਰਕੇ ਬੱਧੇ ਆ ਕਿਉਂਕਿ ਜਿਹੜੇ ਲੋਕਾਂ ਨੇ ਚੁਣ ਕੇ ਅੱਗੇ ਭੇਜੇ ਸੀ ਉਹਨਾਂ ਦੀਆਂ ਜੇਬਾਂ 'ਚ ਮਾਲ ਪੈਣ ਲੱਗ ਪਿਆ। ਮੁੱਖ ਮੰਤਰੀ ਸਾਹਿਬ ਕੁਝ ਕਰਕੇ ਵਿਖਾਓ। ਲੋਕ ਉਡੀਕਦੇ ਪਏ, ਲੋਕ ਸਭਾ ਚੋਣਾਂ ਤੋਂ ਪਹਿਲਾਂ ਕੁਝ ਕਰਕੇ ਵਿਖਾਓ। ਤੁਸੀਂ ਨੌਕਰੀਆਂ ਵੰਡੀਆਂ, ਕੁਝ ਲੋਕ ਕਹਿੰਦੇ ਨਹੀਂ ਵੰਡੀਆਂ, ਮੈਂ ਕਹਿੰਦਾ ਵੰਡੀਆਂ, ਮੈਂ ਉੱਤੇ ਸਹਿਮਤ ਹਾਂ। ਤੁਸੀਂ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ, ਮਜ਼ਦੂਰਾਂ ਨੂੰ ਵੀ ਦਿੱਤਾ, ਕੁਝ ਲੋਕ ਕਹਿੰਦੇ ਨਹੀਂ ਦਿੱਤਾ, ਮੈਂ ਕਹਿੰਦਾ ਸੱਚੀ-ਮੁੱਚੀ ਦਿੱਤਾ। ਤੁਸੀਂ ਕਰੋਨਾ ਵਾਲਿਆਂ ਦਾ ਸਨਮਾਨ ਕਰਨ ਲੱਗੇ, ਮੈਂ ਕਹਿੰਦਾ ਜ਼ਰੂਰ ਕਰਿਓ, ਜੇ ਪਿੱਛੇ ਨਹੀਂ ਗਿਆ ਤੇ ਹੁਣ ਕਰ ਦਿਓ। ਸਭ ਤੋਂ ਵੱਡੀ ਗੱਲ ਇਹ ਆ ਕਿ ਨਸ਼ਿਆਂ ਨੂੰ ਠੱਲ ਪਾ ਕੇ ਵਿਖਾਓ। ਇਹ ਬਿਮਾਰੀ ਬਹੁਤ ਵੱਡੀ ਆ, ਜੇ ਇਹਨੂੰ ਠੱਲ ਨਾ ਪਾਈ ਗਈ ਤੇ ਇਹ ਨਸ਼ੇ ਜਿਹੜੇ ਆ ਤੁਹਾਡੀ ਸਰਕਾਰ ਦੀ ਬਦਨਾਮੀ ਦਾ ਕਾਰਨ ਬਣਨਗੇ। ਸੋ ਇਸੇ ਤਰ੍ਹਾਂ ਹੀ ਬਾਕੀ ਥਾਵਾਂ ਤੇ ਜਿਹਦਾ ਦਾ ਲੱਗਾ, ਜਿਨ੍ਹਾਂ ਨੇ ਝੰਡੇ ਚਲਾਏ, ਉਹਨਾਂ ਨੇ ਕੁਝ ਨਾ ਕੁਝ ਆਖਣਾ ਸੀ, ਆਖਿਆ। ਇੱਕ ਗੱਲ ਮੈਨੂੰ ਨੋਟ ਕਰਦਿਆਂ ਥੋੜ੍ਹਾ ਦੁੱਖ ਹੁੰਦਾ ਕਿ ਕੁਝ ਲੋਕ ਸਰਕਾਰ 'ਚ ਹੁੰਦੇ ਆ, ਜਦੋਂ ਮੰਤਰੀ ਹੁੰਦੇ, ਮੁੱਖ ਮੰਤਰੀ ਹੁੰਦੇ ਜਾਂ ਹੋਰ ਅਹੁਦਿਆਂ 'ਤੇ ਹੁੰਦੇ ਆ, ਉਦੋਂ 15 ਅਗਸਤ ਤੇ 26 ਜਨਵਰੀ ਨੂੰ ਝੰਡੇ ਚਲਾਉਂਦੇ ਆ। ਜਦੋਂ ਗੱਦੀ ਤੇ ਨਹੀਂ ਹੁੰਦੇ ਉਦੋਂ ਚਲਾਉਂਦੇ ਵੀ ਨਹੀਂ ਤੇ ਉੱਥੇ ਜਾਂਦੇ ਵੀ ਨਹੀਂ। ਇਸ ਵਾਰੀ ਮੈਂ ਫਿਰ ਨੋਟ ਕੀਤਾ ਕਿ ਉਹ ਲੋਕ ਆਜ਼ਾਦੀ ਦਿਨ ਦੇ ਉੱਤੇ ਖਾਲੀ ਬਿਆਨਾਂ ਤੱਕ ਸੀਮਤ ਰਹੇ ਆ, ਅਮਲ ਵਿੱਚ ਉਹਨਾਂ ਕੁਝ ਨਹੀਂ ਕੀਤਾ। ਇਹ ਮਾੜੀ ਗੱਲ ਆ। ਦੇਸ਼ ਦਾ ਆਜ਼ਾਦੀ ਦਿਨ ਸਾਰੇ ਲੋਕਾਂ ਵਾਸਤੇ ਇੱਕੋ ਜਿਹਾ ਪਵਿੱਤਰ ਹੈ, ਮਨਾਉਣਾ ਚਾਹੀਦਾ। ਜੀ ਪੰਜ ਸਾਹਿਬ, ਅੱਗੇ ਵਧਦੇ ਹਾਂ, ਗੱਲ ਕਰਨੀ ਹੈ ਕੁਦਰਤ ਦੇ ਇੱਕ ਵਾਰ ਫਿਰ ਤੋਂ ਸ਼ੁਰੂ ਹੋ ਰਹੇ ਉਸ ਕਹਿਰ ਦੀ। ਹਿਮਾਚਲ ਪ੍ਰਦੇਸ਼ ਦੇ ਵਿੱਚ 2 ਦਿਨ ਦੇ ਵਿੱਚ ਹੀ 55 ਤੋਂ ਵੱਧ ਮੌਤਾਂ ਹੋ ਜਾਂਦੀਆਂ ਨੇ। ਪੰਜਾਬ ਦੇ ਵਿੱਚ ਹੁਣ ਭਾਖੜਾ ਦੇ ਫਿਰ ਤੋਂ ਕਹਿੰਦੇ ਫਲੱਡ ਗੇਟ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ, ਹੜ੍ਹਾਂ ਵਾਲੀ ਸਥਿਤੀ ਬਣਦੀ ਦਿਖਾਈ ਦੇ ਰਹੀ ਹੈ। ਇਹਦੇ ਬਾਰੇ ਕੀ ਅਪਡੇਟ ਹੈ ਜੀ? ਇਹ ਤਾਂ ਹੁਣ ਕੁਦਰਤੀ ਕਹਿਰ ਆ। ਪੰਜਾਬ ਦੀ ਸਰਕਾਰ ਇਹ 'ਚ ਕੁਛ ਨਹੀਂ ਕਰ ਸਕਦੀ, ਕੇਂਦਰ ਦੀ ਕੁਛ ਨਹੀਂ ਕਰ ਸਕਦੀ, ਹਰਿਆਣੇ ਦੀ ਨਹੀਂ ਕਰ ਸਕਦੀ। ਪਹਾੜਾਂ ਦੇ ਉੱਤੇ ਇੱਕਦਮ ਮੀਂਹ ਪੈ ਗਿਆ, ਫਿਰ ਬਹੁਤ ਜ਼ਿਆਦਾ ਪੈ ਗਿਆ। ਅਸੀਂ ਆ ਬਿਲਾਸਪੁਰ ਵਾਲੇ ਪਾਸੇ ਹਿਮਾਚਲ ਪ੍ਰਦੇਸ਼ 'ਚ ਦਰਿਆ 'ਚ ਕਾਰਾਂ ਰੁੜੀਆਂ ਆਉਂਦੀਆਂ ਵੇਖੀਆਂ ਨੇ। ਇੱਕ ਹੋਟਲ ਰੁੜ ਗਿਆ, ਕਿੰਨੇ ਲੋਕ ਮਰ ਗਏ ਨੇ ਉੱਥੇ, ਉਹ ਮੌਤਾਂ ਗਿਣੀਆਂ ਨਹੀਂ ਜਾਂਦੀਆਂ। ਵਾਕਿਆ ਇਹੋ ਜਿਹੀ ਹਾਲਤ ਹੈ ਕਿ ਉੱਥੇ ਬਹੁਤ ਮਾੜਾ ਹਾਲ ਹੈ, ਪਰ ਉਹ ਪਾਣੀ ਪਹਾੜ ਤੋਂ ਨੀਵੇਂ ਥਾਂ ਵੀ ਆਉਣਾ। ਇੱਧਰ ਸਾਡਾ ਪੌਂਗ ਡੈਮ ਜਦੋਂ ਖਤਰੇ ਦਾ ਨਿਸ਼ਾਨ ਟੱਪਦਾ ਵੇਖਿਆ, ਉੱਥੋਂ ਦਰ ਖੋਲ੍ਹਣੇ ਪੈ ਗਏ। ਅਗਲੇ ਪਾਸੇ ਭੰਗਾਲਾ ਤੇ ਮਕੇਰੀਆਂ ਤੱਕ ਇੱਥੇ ਪਿੰਡਾਂ ਦੇ ਵਿੱਚ ਕਈਆਂ ਥਾਵਾਂ 'ਤੇ ਪਾਣੀ ਬਹੁਤ ਆ ਗਿਆ। ਅਜੇ ਜਦੋਂ ਇਹਨੇ ਹਰੀਕੇ ਪੱਤਨ ਜਾਣਾ, ਉੱਥੇ ਜਾ ਕੇ ਇਹਨੇ ਰਾਹ 'ਚ ਗੋਂਦਵਾਲ ਸਾਹਿਬ ਦੇ ਇਲਾਕੇ 'ਚ ਹੋਰ ਥਾਵਾਂ 'ਤੇ ਜਿਹੜੀ ਤਬਾਹੀ ਮਚਾਉਣੀ ਆ, ਉਹਦਾ ਵੀ ਸਾਨੂੰ ਡਰ ਹੈ। ਦੂਸਰੇ ਪਾਸੇ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਦੇ ਵਿੱਚ ਪਾਣੀ ਲਗਾਤਾਰ ਵੱਧ ਰਿਹਾ। ਅੱਜ ਸਵੇਰੇ ਕਹਿੰਦੇ ਸੀ ਕਿ ਸਿਰਫ 3 ਫੁੱਟ ਨੀਵਾਂ ਰਹਿ ਗਿਆ। ਜੇ ਅੱਜ ਸ਼ਾਮ ਤੱਕ 3 ਫੁੱਟ ਉਹ ਵੀ ਪੂਰਾ ਹੋ ਜਾਂਦਾ। 2 ਹੀ ਗੱਲਾਂ ਨੇ, ਜਾਂ ਪੰਜਾਬ ਦੇ ਵਿੱਚ ਲੋਕਾਂ ਨੂੰ ਬਚਾਇਆ ਜਾਵੇ ਜਾਂ ਡੈਮ ਬਚਾਇਆ ਜਾਵੇ। ਜਿੰਨਾ ਪਾਣੀ ਉਹਦੇ 'ਚ ਆਉਂਦਾ ਜਾ ਰਿਹਾ, ਡੈਮ ਬਚਾਉਣ ਵਾਸਤੇ ਉਹ ਦਰ ਖੋਲ੍ਹਣੇ ਪੈ ਸਕਦੇ ਆ। ਅਤੇ ਜਦੋਂ ਉਹ ਦਰ ਖੋਲ੍ਹੇ ਗਏ ਅਤੇ ਪਾਣੀ ਅੱਗੋਂ ਨਹਿਰਾਂ 'ਚ ਘੱਟ ਜਾਣਾ,
ਬਹੁਤਾ ਇਹਨਾਂ ਦਰਿਆਵਾਂ 'ਚ ਆਉਣਾ। ਸਤਲੁਜ ਦਰਿਆ 'ਚ ਪਾਣੀ ਆਇਆ, ਇਹ ਤੁਰਦਾ ਤੁਰਦਾ ਇੱਥੋਂ ਰੋਪੜ ਤੋਂ ਅੱਗੋਂ ਆ ਸਿੱਧਵਾਂ ਬੇਟ ਲਾਗਿਓਂ ਹੌਲੀ ਹੌਲੀ ਮਖੂ ਇਲਾਕੇ 'ਚ ਜਾ ਕੇ ਬਿਆਸ ਦਰਿਆ ਨਾਲ ਮਿਲ ਜਾਣਾ। ਜਦੋਂ ਉੱਥੇ ਦੋਵੇਂ ਇਕੱਠੇ ਹੋਏ ਤੇ ਹਰੀਕੇ ਪੱਤਨ ਵਾਲਾ ਜਿਹੜਾ ਪੁਲ ਆ ਉਹ ਤੇ ਹੈਡਵਰਕਸ ਇੰਨਾ ਪਾਣੀ ਝੱਲਣ ਜੋਗਾ ਨਹੀਂ, ਉੱਥੋਂ ਅੱਗੇ ਵੀ ਛੱਡਣਾ ਪਏਗਾ। ਜਿਹੜਾ ਹਠਾੜ ਦੇ ਇਲਾਕੇ ਉਹਨਾਂ 'ਚ ਵੀ ਚਲਦਿਆਂ ਚਲਦਿਆਂ ਫਾਜ਼ਿਲਕਾ ਅਬੋਹਰ ਤੱਕ ਮਾਰ ਕਰ ਸਕਦਾ, ਅੱਗੋਂ ਹੋ ਸਕਦਾ ਪਾਕਿਸਤਾਨ ਤੱਕ ਵੀ ਮਾਰ ਕਰੇ। ਇਹ ਸਾਰੇ ਕੁਝ ਵਾਸਤੇ ਚਿੰਤਾ ਬਹੁਤ ਆ। ਇਹ ਚਿੰਤਾ ਦੇ ਵਿੱਚ ਸਰਕਾਰ ਨੂੰ 100 ਕੰਮ ਛੱਡ ਕੇ ਜੀ ਪਹਿਲਾਂ ਲੋਕਾਂ ਦੇ ਬਚਾਅ ਦੇ ਪ੍ਰਬੰਧ ਕਰਨੇ ਚਾਹੀਦੇ ਆ। ਹਾਲਤ ਇਸ ਵੇਲੇ ਜਿੱਦਾਂ ਦੀ ਬਣਦੀ ਜਾਂਦੀ ਹੈ, ਅਜੇ ਤੇ ਲੋਕੀ ਪਿਛਲੇ 2 ਮਹੀਨਿਆਂ 'ਚ ਜਿਹੜੀ ਮੁੜ ਕੇ ਖਾਸ ਕਰਕੇ ਪਿਛਲੇ ਮਹੀਨੇ 'ਚ ਜਿਹੜੀ ਮਾਰ ਪਈ ਹੜ੍ਹਾਂ ਦੀ ਉਹਦੇ ਤੋਂ ਉੱਠੇ ਨਹੀਂ। ਕਈਆਂ ਥਾਵਾਂ ਤੇ ਕਈ ਇਲਾਕਿਆਂ ਦੇ ਵਿੱਚ ਲੋਕਾਂ ਦੇ ਖੇਤਾਂ 'ਚ 2-2 3-3 4-4 ਫੁੱਟ ਰੇਤ ਚੜ੍ਹ ਗਈ ਹੈ। ਜੇ ਉਹ ਕਹਿੰਦੇ ਅਸੀਂ ਰੇਤ ਚੁਕਾ ਦਈਏ ਤੇ ਇਲਾਕੇ ਦਾ ਕੋਈ ਨਾ ਕੋਈ ਥਾਣੇਦਾਰ ਆ ਜਾਂਦਾ, ਤੂੰ ਚੁਕਾਵੇਂਗਾ ਕਿੱਦਾਂ, ਤੇਰੇ ਤੇ ਮੈਂ ਮਾਈਨਿੰਗ ਦਾ ਪਰਚਾ ਦੇਣਾ। ਇੱਥੇ ਸ੍ਰੀ ਹਰਗੋਬਿੰਦਪੁਰ ਇਲਾਕੇ 'ਚ ਗੁਰਦਾਸਪੁਰ 'ਚੋਂ ਇਹ ਖਬਰ ਆਈ ਆ ਕਿ ਉੱਥੇ ਇੱਕ ਮਾਈਨਿੰਗ ਦਾ ਅਫਸਰ ਫੜਿਆ ਗਿਆ, ਜੀ ਕਿਸੇ ਨੇ ਆਪਣੇ ਖੇਤ 'ਚ ਆਈ ਪਈ ਰੇਤ ਜਿਹੜੀ ਚੁਕਾਉਣੀ ਸੀ ਉੱਤੋਂ ਵੀ ਲੱਖ ਰੁਪਇਆ ਲੈ ਲਿਆ ਤੇ ਜਾਲੀ ਪਰਚੀਆਂ ਕੱਟ ਦਿੱਤੀਆਂ ਨੇ। ਜਿਹੜੇ ਇਹੋ ਜਿਹੇ ਪਾਪੀ ਇਹੋ ਜਿਹੇ ਮੌਕੇ ਸੰਕਟ ਵਿੱਚ ਫਸੇ ਲੋਕਾਂ ਤੋਂ ਵੀ ਜੇਬਾਂ ਕੱਟਣ ਤੇ ਪੈਸਾ ਕਮਾਉਣ ਦੇ ਅੱਗੇ ਹੋਏ ਆ। ਇਹੋ ਜਿਹਾ ਦੋ ਚੌਂ ਨੂੰ ਕੇਸ ਬਣਾ ਕੇ ਜੇਲ੍ਹ ਤੇ ਭੇਜਣਾ ਹੀ ਭੇਜਣਾ, ਨੌਕਰੀ ਤੋਂ ਵੀ ਬਰਖਾਸਤ ਕਰਕੇ ਘਰ ਭੇਜੋ, ਕੋਈ ਸੰਦੇਸ਼ ਤਾਂ ਦਿਓ। ਇਹ ਸਾਰਾ ਕੁਝ ਰੋਕਿਆ ਜਾਣਾ ਚਾਹੀਦਾ। ਮੈਂ ਸਮਝਦਾ ਕਿ ਸਰਕਾਰ ਨੂੰ ਬਾਕੀ ਕੰਮ ਛੱਡ ਕੇ ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ। ਇਸ ਵੇਲੇ ਪੰਜਾਬ ਦੇ ਲੋਕ, ਖਾਸ ਕਰਕੇ ਇਹਨਾਂ ਇਲਾਕਿਆਂ ਦੇ ਲੋਕ ਸੰਕਟ ਦੇ ਮੂੰਹ ਆ, ਉਹਨਾਂ ਦੀ ਮਦਦ ਕਰਨ ਦੀ ਲੋੜ ਹੈ। ਜੀ ਪਰ ਸਾਹਿਬ ਅੱਗੇ ਵਧਦੇ ਹਾਂ, ਗੱਲ ਕਰਨੀ ਹੈ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ। ਉਹਨਾਂ ਨੇ ਕਿਹਾ ਕਿ ਜੈਨਰਿਕ ਦਵਾਈਆਂ ਲਿਖਣਾ ਜ਼ਰੂਰੀ ਨਹੀਂ। ਪਹਿਲਾਂ ਵੀ ਇਹ ਰੌਲਾ ਪਿਆ, ਹੁਣ ਫਿਰ ਤੋਂ ਸ਼ੁਰੂ ਹੋ ਗਿਆ। ਡਾਕਟਰ ਕੁਛ ਹੋਰ ਕਹਿੰਦੇ ਨੇ, ਅਸਲ ਦੇ ਵਿੱਚ ਕਹਾਣੀ ਕੀ ਹੈ ਜੀ? ਨਵਜੀਤ ਜੀ, ਇਹਦੇ ਵਿੱਚ ਕਈ ਮੋੜ ਘੋੜ ਨੇ। ਪਹਿਲੀ ਗੱਲ ਤੇ ਮੈਂ ਆਖਾਂ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਡਾਕਟਰਾਂ ਦੀ ਜਥੇਬੰਦੀ ਆ। ਉਹਨੇ ਆਪਣੇ ਮੈਂਬਰਾਂ ਡਾਕਟਰ ਭਾਈਚਾਰੇ ਦੇ ਹਿੱਤ ਵੇਖਣੇ ਆ। ਉਹਨੂੰ ਹੱਕ ਹੈ ਉਹਨਾਂ ਦੇ ਹਿੱਤਾਂ ਵਾਸਤੇ ਬੋਲਣ ਦਾ, ਤੇ ਜੋ ਇਸ ਤਰ੍ਹਾਂ ਕਰਦੀ ਉਹਨਾਂ ਦੇ ਹੱਕ 'ਚ ਬੋਲਦੀ ਆ ਤੇ ਗਲਤ ਨਹੀਂ ਕਰਦੀ। ਦੂਸਰਾ ਸਵਾਲ ਆ ਜਾਂਦਾ ਕਿ ਸਰਕਾਰ ਨੇ ਕਿਹਾ ਜੈਨਰਿਕ ਦਵਾਈਆਂ ਦੇ ਨਾਂ ਲਿਖੋ। ਇਹ ਕਹਿਣਾ ਕਿਉਂ ਪਿਆ? ਕਿਉਂਕਿ ਬਹੁਤ ਸਾਰੀਆਂ ਦਵਾਈਆਂ ਉਹੋ ਹੀ ਜੈਨਰਿਕ ਹੁੰਦੀਆਂ, ਉਹਨਾਂ ਨੂੰ ਬਾਅਦ ਵਿੱਚ 19-21 ਦਾ ਫਰਕ ਕਰਕੇ ਬ੍ਰਾਂਡਡ ਕਰਕੇ ਨਾਂ ਬਦਲ ਕੇ ਇਸ ਤਰ੍ਹਾਂ ਬਣਾ ਦਿੱਤਾ ਜਾਂਦਾ ਕਿ ਇੱਕ ਦਵਾਈ ਉਹ ਸਾਰੇ ਬਾਜ਼ਾਰ 'ਚ ਕਿਤੇ ਮਿਲਦੀ ਨਹੀਂ, ਇੱਕੋ ਡਾਕਟਰ ਵਾਸਤੇ ਬਣਦੀ ਆ, ਉਹਦੇ ਹਸਪਤਾਲ 'ਚ ਵਿਕਦੀ ਆ, ਮਰੀਜ਼ ਦੀ ਛਿੱਲ ਲੈਂਦੀ ਆ। ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ। ਡਾਕਟਰਾਂ ਦੀ ਜਥੇਬੰਦੀ, ਮੈਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਗੱਲ ਨਹੀਂ ਕਰਦਾ, ਮੈਂ ਕਹਿੰਦਾ ਕਿਸੇ ਵੀ ਵਰਗ ਦੀ ਜਥੇਬੰਦੀ ਹੋਵੇ, ਉਹਨੂੰ ਪਹਿਲਾਂ ਇਹ ਖਿਆਲ ਰੱਖਣਾ ਚਾਹੀਦਾ ਕਿ ਉਹਨਾਂ ਦਾ ਵਰਗ ਬਾਅਦ 'ਚ, ਭਾਰਤ ਦੇਸ਼ ਪਹਿਲਾਂ, ਲੋਕ ਪਹਿਲਾਂ, ਸਮਾਜ ਪਹਿਲਾਂ। ਜੇ ਲੋਕ ਤੇ ਸਮਾਜ ਚੇਤੇ ਨਾ ਰੱਖੇ, ਸਿਰਫ ਆਪਣਾ ਵਰਗ ਹੀ ਚੇਤਾ ਰੱਖਿਆ, ਆਪਣਾ ਭਾਈਚਾਰਾ ਚੇਤਾ ਰੱਖਿਆ, ਤੇ ਲੋਕ ਚੰਗਾ ਨਹੀਂ ਸਮਝਦੇ। ਹੁਣ ਕੋਈ ਵੀ ਜਥੇਬੰਦੀ ਹੋਵੇ, ਇਹ ਵੇਖਣਾ ਚਾਹੀਦਾ ਵੀ ਕੀ ਇਹ ਗੱਲ ਹੁੰਦੀ ਨਹੀਂ ਕਿ ਉਹ ਦਵਾਈਆਂ ਜੈਨਰਿਕ, ਉਹਨਾਂ ਦੀ ਜਿੰਨੀ ਕੀਮਤ ਬਾਜ਼ਾਰ ਵਿੱਚ ਆ, ਜਿਹੜੀਆਂ ਉਹਨਾਂ ਦੇ ਉੱਤੇ ਨਵਾਂ ਬ੍ਰਾਂਡ ਨੇਮ ਲੱਗ ਜਾਂਦਾ ਤੇ ਸਿਰਫ ਇੱਕ ਹਸਪਤਾਲ 'ਚ, ਚੋਣਵੇਂ ਹਸਪਤਾਲ 'ਚ ਵਿਕਦੀਆਂ ਨੇ, ਉਹਨਾਂ ਦੀ ਕੀਮਤ 4 ਗੁਣਾ 5 ਗੁਣਾ, ਕੁਝ ਲੋਕ ਤਾਂ ਕਹਿੰਦੇ 10 ਗੁਣਾ ਤੱਕ ਵੀ ਚੱਲਦੀ ਹੈ, ਔਰ ਜਾਪਦਾ ਵੀ ਚੱਲਦੀ ਹੋਊਗੀ। ਇਹੋ ਜਿਹੀਆਂ ਖਬਰਾਂ ਮਿਲਦੀਆਂ ਨੇ। ਇਹ ਸਾਰੇ ਕੁਝ ਤੇ ਡਾਕਟਰਾਂ ਦੀ ਜਥੇਬੰਦੀ ਨੂੰ ਬੋਲਣਾ ਚਾਹੀਦਾ। ਦੂਜਾ ਇਹ ਕਿ ਕਈ ਵਾਰੀ ਇਹ ਗੱਲ ਹੋ ਚੁੱਕੀ ਹੈ ਕਿ ਦਵਾਈਆਂ ਦੀਆਂ ਕੰਪਨੀਆਂ ਤੋਂ ਡਾਕਟਰ ਕਮਿਸ਼ਨ ਨਹੀਂ ਲੈਣਗੇ, ਉਹਨਾਂ ਤੋਂ ਫਾਇਦੇ ਨਹੀਂ ਲੈਣਗੇ, ਸਹੂਲਤਾਂ ਨਹੀਂ ਲੈਣਗੇ ਜੀ। ਇੱਥੇ ਆਉਂਦੇ ਨੇ ਉਹਨਾਂ ਦੇ ਮੈਡੀਕਲ ਰਿਪਰੈਜ਼ੈਂਟੇਟਿਵ, ਡਾਕਟਰਾਂ ਨਾਲ ਇਕੱਲਿਆਂ ਗੱਲਬਾਤ ਕਰਦੇ ਨੇ, ਕਰਕੇ ਚਲੇ ਜਾਂਦੇ। ਉਦੋਂ ਸੈਟਿੰਗ ਹੋ ਜਾਂਦੀ ਹੈ ਕਿ ਸਾਡੀ ਕੰਪਨੀ ਤੁਹਾਨੂੰ ਆਹ ਦੇਵੇਗੀ। ਉਹ 'ਚ ਦਵਾਈਆਂ ਦਾ ਕਮਿਸ਼ਨ ਵੀ ਆਉਂਦਾ। ਉਸ ਕਮਿਸ਼ਨ ਤੋਂ ਇਲਾਵਾ ਸਾਲ ਪਿੱਛੋਂ ਕੁਝ ਡਾਕਟਰ ਨੇ ਜਿਹੜੇ ਵੱਧ ਮਾਲ ਉਹਨਾਂ ਦਾ ਵਿਕਵਾਉਂਦੇ ਆ, ਉਹਨਾਂ ਨੂੰ ਪਰਿਵਾਰ ਸਮੇਤ ਵਿਦੇਸ਼ਾਂ ਵਿੱਚ ਛੁੱਟੀ ਕੱਟਣ ਜਾਣ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ। ਇਹਨਾਂ ਦਾ ਖਰਚਾ ਉਹ ਮੈਡੀਕਲ ਕੰਪਨੀਆਂ ਜਿਹੜੀਆਂ ਨੇ, ਡਰੱਗ ਕੰਪਨੀਆਂ, ਉਹ ਕਿਉਂ ਕਰਦੀਆਂ ਨੇ? ਇਸ ਕਰਕੇ ਕਿ ਇਹਦੇ 'ਚ ਉਹਨਾਂ ਦੀ ਕਮਾਈ ਹੁੰਦੀ ਹੈ। ਡਾਕਟਰਾਂ ਦੀ ਐਸੋਸੀਏਸ਼ਨ ਨੂੰ ਇਹਦੇ ਬਾਰੇ ਵੀ ਬੋਲਣਾ ਚਾਹੀਦਾ। ਕਈ ਵਾਰ ਇਹੋ ਜਿਹੀਆਂ ਸ਼ਿਕਾਇਤਾਂ ਆਉਂਦੀਆਂ ਨੇ, ਫਲਾਣੇ ਥਾਂ ਤੇ ਇੱਕ ਡਾਕਟਰ ਨੇ ਮਰੀਜ਼ਾਂ ਨਾਲ ਆਹ ਕੀਤਾ, ਮਰੀਜ਼ ਦੇ ਪੇਟ 'ਚ ਕੈਂਚੀ ਰਹਿ ਗਈ, ਮਰੀਜ਼ ਦੇ ਪੇਟ ਵਿੱਚ ਪੱਟੀ ਰਹਿ ਗਈ। ਇਹਨਾਂ ਗੱਲਾਂ ਦੇ ਉੱਤੇ ਵੀ ਬਾਕੀ ਸਾਰੀਆਂ ਤਰ੍ਹਾਂ ਤੋਂ ਪਹਿਲਾਂ ਡਾਕਟਰਾਂ ਦੀ ਐਸੋਸੀਏਸ਼ਨ ਨੂੰ ਬੋਲਣਾ ਚਾਹੀਦਾ ਕਿ ਜਿੱਥੇ ਕਿਤੇ ਗਲਤੀ ਰਹਿ ਗਈ ਆ, ਡਾਕਟਰ ਨੇ ਜਾਣ ਕੇ ਗਲਤੀ ਨਹੀਂ ਕੀਤੀ। ਮੈਂ ਵੀ ਇਹ ਕਹਿੰਦਾ ਕੋਈ ਡਾਕਟਰ ਜਾਣ ਕੇ ਨਹੀਂ ਕਰਦਾ। ਐਸੋਸੀਏਸ਼ਨ ਨੂੰ ਕਹਿਣਾ ਚਾਹੀਦਾ ਕਿ ਡਾਕਟਰ ਨੇ ਜਾਣ ਕੇ ਗਲਤੀ ਨਹੀਂ ਕੀਤੀ। ਜੇ ਬਦਕਿਸਮਤੀ ਨਾਲ ਹੋ ਗਈ ਆ ਤੇ ਇਹਨੂੰ ਅਸੀਂ ਸੁਧਾਰਨ ਦਾ ਯਤਨ ਕਰਾਂਗੇ।
ਇਹਨਾਂ ਗੱਲਾਂ ਤੇ ਅਸੀਂ ਬਹੁਤੀ ਵਾਰੀ ਵੇਖਦੇ ਹਾਂ ਐਸੋਸੀਏਸ਼ਨਾਂ ਚੁੱਪ ਰਹਿੰਦੀਆਂ ਹਨ। ਸਭ ਤੋਂ ਵੱਡੀ ਗੱਲ ਇਹ ਕਿ ਕਈ ਡਾਕਟਰ ਜਿਹੜੇ ਆ ਉਹ ਇਸ ਵੇਲੇ ਕੋਈ ਆਯੁਸ਼ਮਾਨ ਯੋਜਨਾ ਦੇ ਵਿੱਚ ਘਪਲਾ ਕਰਦਾ ਫੜਿਆ ਗਿਆ ਜੀ। ਇੱਕ ਮਰੀਜ਼ ਦੋ ਹਸਪਤਾਲਾਂ 'ਚ ਦਾਖਲ ਹੈ। ਬੀਮਾ ਯੋਜਨਾ ਦੇ ਵਿੱਚ ਡਾਕਟਰ ਫੜੇ ਗਏ। ਅੰਮ੍ਰਿਤਸਰ ਦੇ ਇੱਕ ਡਾਕਟਰ ਨੇ ਆਪਣੀ ਪਤਨੀ ਮਰੀਜ਼ ਲਿਖਾਈ ਸੀ ਤੇ ਉਹ ਪਤਨੀ ਘਰ ਬੈਠੀ ਤੇ ਹਸਪਤਾਲ 'ਚ ਉਹਦਾ ਬਿੱਲ ਪੈਂਦਾ ਸੀ। ਇਹ ਤੋਂ 5-6 ਸਾਲ ਪਹਿਲਾਂ ਮੋਹਾਲੀ ਵਿੱਚ ਵੀ ਇਹੋ ਜਿਹਾ ਕੇਸ ਫੜਿਆ ਗਿਆ। ਇੱਕ ਬਹੁਤ ਵੱਡੇ ਹਸਪਤਾਲ ਦੇ ਵਿੱਚ ਇਹ ਜਾਲੀ ਮਰੀਜ਼ ਰੱਖੇ ਜਾਂਦੇ ਸੀ। ਫਿਰ ਮਿਲਟਰੀ ਦੇ ਜਿਹੜੇ ਮਰੀਜ਼ ਨੇ ਉਹਨਾਂ ਜਿਹੜੇ ਕੰਟਰੀਬਿਊਟਰੀ ਹੈਲਥ ਸਕੀਮ ਹੈ ਉਸ ਕੰਟਰੀਬਿਊਟਰੀ ਹੈਲਥ ਸਕੀਮ ਜਿਹੜੀ ਐਕਸ ਸਰਵਿਸਮੈਨ ਦੀ ਹੈ ਉਸ ਸਕੀਮ ਦੇ ਵਿੱਚ ਵੀ ਹੇਰਾਫੇਰੀ ਹੋਈ ਔਰ ਕਰੋੜਾਂ ਦੀ ਹੋਈ। ਇਹੋ ਜਿਹੇ ਮਾਮਲਿਆਂ ਵਿੱਚ ਵੀ ਐਸੋਸੀਏਸ਼ਨਾਂ ਨੂੰ ਬੋਲਣਾ ਚਾਹੀਦਾ। ਰਹਿ ਗਈ ਗੱਲ ਸਰਕਾਰ ਵੱਲੋਂ ਜੈਨਰਿਕ ਦਵਾਈਆਂ ਦੇ ਬਾਰੇ 'ਚ ਇੱਕ ਫੈਸਲਾ ਕਰਨ ਦੀ, ਉਹਨੂੰ ਲਾਗੂ ਕਰਨ ਤੇ ਕਰਾਉਣ ਦੀ, ਮੈਂ ਸਮਝਦਾ ਕਿ ਇਹ ਕੰਮ ਸਰਕਾਰ ਹੁਣ ਕਰਨ ਲੱਗੀ ਆ। ਲੋਕ ਤਾਂ ਬਹੁਤ ਦੇਰ ਤੋਂ ਮੰਗ ਕਰਦੇ ਪਏ ਸੀ ਤੇ ਜਿਹੜੀ ਗੱਲ ਲੋਕ ਮੰਗ ਕਰਦੇ ਪਏ ਸੀ, ਸ਼ੁਕਰ ਹੈ ਹੁਣ ਸਰਕਾਰ ਕਰਾਉਣ ਲੱਗੀ ਆ। ਉਹਦੇ ਵਿੱਚ ਸਾਰੀਆਂ ਧਿਰਾਂ ਨੂੰ ਸਹਿਯੋਗ ਕਰਨਾ ਚਾਹੀਦਾ। ਉਹਨਾਂ ਸਾਰੀਆਂ ਧਿਰਾਂ 'ਚ ਡਾਕਟਰਾਂ ਦੀ ਐਸੋਸੀਏਸ਼ਨ ਵੀ ਆ, ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਅੜਿੱਕਾ ਨਹੀਂ ਡਾਉਣਾ ਚਾਹੀਦਾ। ਇਹ ਕਹਿਣਾ ਕਿ ਆਹ ਨਹੀਂ ਆਓ ਤੇ ਆਹ ਨਹੀਂ ਆਓ, ਮੈਂ ਸਮਝਦਾ ਕਿ ਉਹਨਾਂ ਦੇ ਵਾਸਤੇ ਆਪਣੇ ਭਾਈਚਾਰੇ ਦੇ ਹਿੱਤ ਜ਼ਰੂਰੀ ਹੈ, ਪਰ ਭਾਈਚਾਰੇ ਤੋਂ ਪਹਿਲਾਂ ਲੋਕਾਂ ਦੇ ਹਿੱਤ ਵੀ ਜ਼ਰੂਰੀ ਹੈ। ਅਸੀਂ ਜਿੱਥੇ ਕਿਤੇ ਲੋਕ ਕਿਸੇ ਕਿਸਮ ਦੀ ਖਰਾਬੀ ਕਰਦੇ ਆ, ਕਿਸੇ ਹਸਪਤਾਲ 'ਚ ਭੰਨ ਤੋੜ ਕਰਦੇ ਆ, ਟੀਵੀ ਪ੍ਰਾਈਮ ਏਸ਼ੀਆ ਨੇ ਕਿਸੇ ਵੀ ਹੋਰ ਤੋਂ ਪਹਿਲਾਂ ਉਹਨਾਂ ਦੀ ਇਸ ਗੱਲ 'ਤੇ ਨਿਖੇਧੀ ਕੀਤੀ ਹੈ। ਮੈਂ ਕਈ ਵਾਰ ਆਖਿਆ ਕਿ ਡਾਕਟਰ 100 ਬੰਦੇ ਬਚਾਉਂਦਾ, ਜੇ ਉਹਦੇ ਕੋਲੋਂ ਇੱਕ ਮਰ ਜਾਂਦਾ ਤੇ ਜਾਣ ਕੇ ਤਾਂ ਨਹੀਂ ਮਾਰਦਾ। ਇਹਨਾਂ ਗੱਲਾਂ 'ਤੇ ਭੜਕ ਕੇ ਭੰਨ ਤੋੜ ਨਹੀਂ ਕਰਨੀ ਚਾਹੀਦੀ। ਅਸੀਂ ਹੋਰ ਗੱਲਾਂ 'ਤੇ ਵੀ ਡਾਕਟਰਾਂ ਦੇ ਨਾਲ ਹਾਂ, ਤੇ ਜੇ ਅਸੀਂ ਡਾਕਟਰਾਂ ਦੇ ਨਾਲ ਹਾਂ ਤੇ ਅਸੀਂ ਡਾਕਟਰਾਂ ਦੀ ਐਸੋਸੀਏਸ਼ਨ ਤੋਂ ਇਹ ਵੀ ਆਸ ਕਰਦੇ ਹਾਂ ਕਿ ਉਹ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਇਸ ਗੱਲ ਵਾਸਤੇ ਸੁਚੇਤ ਕਰੇ ਕਿ ਭਾਈ ਤੁਹਾਡੇ ਕੁਝ ਲੋਕਾਂ ਦੇ ਕਰਕੇ, ਮਤਲਬ ਕੁਝ ਗਿਣੀਆਂ ਚੁਣੀਆਂ ਬਲੈਕ ਸ਼ੀਪਸ ਨੇ, ਉਹਨਾਂ ਦਾ ਕਰਕੇ ਸਾਰੀ ਕਮਿਊਨਿਟੀ ਦੀ, ਸਾਰੇ ਡਾਕਟਰ ਭਾਈਚਾਰੇ ਦੀ ਬਦਨਾਮੀ ਨਾ ਹੋਣ ਦਿਓ। ਜਿਹੜੇ ਇਹੋ ਜਿਹੇ ਬੰਦੇ ਹੈਗੇ ਆ ਉਹਨਾਂ ਦਾ ਵਿਰੋਧ ਕਿਸੇ ਵੀ ਹੋਰ ਤੋਂ ਪਹਿਲਾਂ ਡਾਕਟਰਾਂ ਦੀ ਜਥੇਬੰਦੀ ਨੂੰ ਕਰਨਾ ਚਾਹੀਦਾ ਤੇ ਜੈਨਰਿਕ ਦਵਾਈਆਂ ਦੇ ਸਵਾਲ ਦੇ ਉੱਤੇ ਵਿਰੋਧ ਬਿਲਕੁਲ ਨਹੀਂ ਕਰਨਾ ਚਾਹੀਦਾ, ਬਲਕਿ ਸਹਿਯੋਗ ਕਰਨਾ ਚਾਹੀਦਾ ਕਿ ਇਸ ਤਰ੍ਹਾਂ ਇਹ ਫੈਸਲਾ ਲਾਗੂ ਹੋ ਜਾਵੇ। ਪਰ ਸਾਹਿਬ ਅੱਗੇ ਵਧਦੇ ਹਾਂ, ਗੱਲ ਕਰਨੀ ਹੈ ਸਿਆਸਤ ਦੀ, ਪਾਕਿਸਤਾਨ ਦੀ। ਪਾਕਿਸਤਾਨ ਦੇ ਵਿੱਚ ਚੀਨੀ ਨਾਗਰਿਕਾਂ ਦੀ ਮੌਤ ਹੋਈ ਹੈ, 4 ਨਾਗਰਿਕ ਦੱਸੇ ਜਾ ਰਹੇ ਨੇ। ਇਹ ਪਹਿਲਾ ਮੌਕਾ ਨਹੀਂ, ਇਹ ਤੋਂ ਪਹਿਲਾਂ ਇੰਜੀਨੀਅਰਾਂ ਦੀ ਵੀ ਮੌਤ ਹੋਈ ਸੀਗੀ। ਇਹ ਕਾਰਨ ਕੀ ਹੈ ਤੇ ਇਹ ਲੜਾਈ ਕਦੋਂ ਖਤਮ ਹੋਣੀ ਹੈ ਜੀ? ਦੇਖੋ, ਪਾਕਿਸਤਾਨ ਸਰਕਾਰ ਨੇ ਉਹਨਾਂ ਦੀ ਗਵਾਦਰ ਦੀ ਬੰਦਰਗਾਹ ਚੀਨ ਨੂੰ ਸੌਂਪੀ ਹੋਈ ਹੈ। ਬਹੁਤੇ ਲੋਕਾਂ ਨੂੰ ਪਤਾ ਨਹੀਂ ਕਿ ਪਾਕਿਸਤਾਨ ਦੀ ਹੱਦ ਜਿੱਥੇ ਜਾ ਕੇ ਸਮੁੰਦਰ ਦੇ ਵਿੱਚ ਖਤਮ ਹੁੰਦੀ ਤੇ ਅੱਗੇ ਈਰਾਨ ਸ਼ੁਰੂ ਹੁੰਦਾ, ਆਪਣੀ ਹੱਦ ਤੋਂ 40-50 ਕਿਲੋਮੀਟਰ ਉਰਲੇ ਪਾਸੇ ਜਿਹੜਾ ਇਹਨਾਂ ਦੀ ਅਖੀਰਲੀ ਬੰਦਰਗਾਹ, ਉਹ ਮਤਲਬ ਗਵਾਦਰ ਬੰਦਰਗਾਹ ਉਹ ਹੀ ਆ। ਚੀਨ ਵਾਲੇ ਇੱਕ ਬਹੁਤ ਵੱਡਾ ਪ੍ਰੋਜੈਕਟ ਇਹੋ ਜਿਹਾ ਬਣਾਈ ਬੈਠੇ ਆ ਕਿ ਕਿਉਂਕਿ ਜੇ ਉਹ ਉੱਦਾਂ ਯੂਰਪ ਨੂੰ ਮਾਲ ਭੇਜਣ, ਉੱਥੋਂ ਉਹਨਾਂ ਬੰਗਲਾਦੇਸ਼, ਉਹਨਾਂ ਦਾ ਸਮੁੰਦਰੀ ਜਹਾਜ਼ ਸਾਡੇ ਭਾਰਤ, ਸ੍ਰੀਲੰਕਾ ਦੇ ਉੱਪਰ ਦੀ ਘੁੰਮ ਕੇ ਆਉਂਦਾ, ਮਹੀਨੇ ਤੋਂ ਵੱਧ ਲੱਗ ਜਾਂਦਾ ਇੱਥੇ ਗਵਾਦਰ ਤੱਕ ਆਉਂਦਿਆਂ। ਇੰਨਾ ਮੁੜ ਕੇ ਅਗਲਾ ਪੈਂਡਾ ਵੀ ਲਾ ਕੇ ਯੂਰਪ ਤੱਕ ਜਾਂਦਿਆਂ ਉਸ ਮਾਲ ਨੂੰ ਉਹਨਾਂ ਨੂੰ ਬਹੁਤ ਸਮਾਂ ਵੀ ਲੱਗਦਾ ਤੇ ਖਰਚਾ ਵੀ ਬਹੁਤ ਹੁੰਦਾ। ਹੁਣ ਉਹਨਾਂ ਨੇ ਇੱਕ ਹਾਈਵੇ ਬਣਾ ਲਿਆ ਜਿਹੜਾ ਚੀਨ ਦੀ ਰਾਜਧਾਨੀ ਬੀਜਿੰਗ ਤੋਂ ਚੱਲਦਾ ਤੇ ਜਿਹੜਾ ਨਜਾਇਜ਼ ਕਬਜ਼ੇ ਵਾਲਾ ਪਾਕਿਸਤਾਨ ਕੋਲ ਕਸ਼ਮੀਰ ਦਾ ਇਲਾਕਾ, ਉਹ 'ਚੋਂ ਕਰਾਕੁਰਮ ਤੋਂ ਲੰਘਦਾ, ਐਬਟਾਬਾਦ ਛਾਉਣੀ ਤੋਂ ਹੁੰਦਾ, ਅੱਗੋਂ ਇਸਲਾਮਾਬਾਦ ਦੇ ਕੋਲ ਦੀ ਫਿਰ ਬਲੋਚਿਸਤਾਨ ਵਿੱਚ ਦੀ ਗਵਾਦਰ ਦੀ ਬੰਦਰਗਾਹ ਤੱਕ ਜਾਂਦਾ। ਬੀਜਿੰਗ ਤੋਂ ਚੱਲਿਆ ਜਿਹੜਾ ਉਹਨਾਂ ਦਾ ਟਰਾਲਾ, ਉਹ 6 ਦਿਨਾਂ 'ਚ ਗਵਾਦਰ ਦੀ ਬੰਦਰਗਾਹ 'ਤੇ ਪਹੁੰਚ ਜਾਂਦਾ, ਜਦ ਕਿ ਸਮੁੰਦਰੀ ਜਹਾਜ਼ ਆਉਂਦਿਆਂ ਮਹੀਨਾ ਲੱਗ ਜਾਣਾ। ਖਰਚਾ ਵੀ ਘਟਦਾ, ਸਮਾਂ ਵੀ ਬਚਦਾ। ਇਹਦੇ ਨਾਲ ਨਾਲ ਉੱਥੇ ਹੋਰ ਡਿਵੈਲਪਮੈਂਟ ਦੇ ਕਈ ਕੰਮ ਨੇ, ਪਰ ਬਲੋਚਿਸਤਾਨ ਦੇ ਲੋਕ ਇਹਦਾ ਵਿਰੋਧ ਕਰਦੇ। ਉਹ ਸਮਝਦੇ ਕਿ ਸਾਡੀ ਸਰਕਾਰ ਨੇ ਚੀਨ ਨੂੰ ਇੱਥੇ ਆ ਕੇ ਇਹੋ ਜਿਹੇ ਮੌਕੇ ਦੇ ਕੇ ਸਾਡੇ ਕਲਚਰ ਦਾ ਵੀ ਨੁਕਸਾਨ ਕੀਤਾ, ਸਾਡੇ ਦੇਸ਼ ਦੀ ਆਰਥਿਕਤਾ ਦਾ ਵੀ ਨੁਕਸਾਨ ਕੀਤਾ। ਜਦੋਂ ਤੋਂ ਉਹ ਪ੍ਰੋਜੈਕਟ ਸ਼ੁਰੂ ਹੋਇਆ, ਉਦੋਂ ਤੋਂ ਲਗਾਤਾਰ ਚੀਨ ਦੇ ਖਿਲਾਫ ਪ੍ਰਚਾਰ ਹੋ ਰਿਹਾ। ਪ੍ਰਚਾਰ ਤਾਂ ਇਹ ਵੀ ਹੈ ਕਿ ਇੱਥੋਂ ਪਾਕਿਸਤਾਨ 'ਚੋਂ ਗਧੇ ਜਿਹੜੇ ਆ ਚੀਨ ਲਈ ਜਾ ਰਿਹਾ, ਕਿਉਂਕਿ ਗਧਿਆਂ ਦਾ ਉੱਥੇ ਕਈ ਤਰ੍ਹਾਂ ਦੀ ਇਹਨਾਂ ਦੀ ਵਰਤੋਂ ਹੁੰਦੀ ਹੈ। ਚਰਚਾ ਇਹ ਵੀ ਹੈ ਕਿ ਪਾਕਿਸਤਾਨ 'ਚੋਂ, ਕਿਉਂਕਿ ਚੀਨ ਦੇ ਵਿੱਚ ਜਦੋਂ 1 ਚਾਈਲਡ ਪਾਲਿਸੀ ਸੀ ਤੇ ਉਦੋਂ ਲੋਕੀ ਕੁੜੀਆਂ ਮਾਰ ਦਿੰਦੇ ਸੀ, ਜੰਮਣ ਨਹੀਂ ਸੀ ਦਿੰਦੇ, ਅਬਾਰਸ਼ਨ ਕਰਾ ਦਿੰਦੇ ਸੀ ਤੇ ਮੁੰਡੇ ਜੰਮਦੇ ਰਹੇ।
ਕੁੜੀਆਂ ਘੱਟ ਨੇ। ਇਸ ਕਰਕੇ ਇਹ ਵੀ ਚਰਚਾ ਕਿ ਪਾਕਿਸਤਾਨ 'ਚੋਂ ਕੁੜੀਆਂ ਨੂੰ ਚੀਨ ਲਿਜਾਣ ਵਾਲੇ ਬਹੁਤ ਸਾਰੇ ਏਜੰਟ ਆ, ਉਹਨਾਂ ਕੁੜੀਆਂ ਨੂੰ ਇੱਥੋਂ ਵਰਗਲਾ ਕੇ ਲੈ ਜਾਂਦੇ ਆ, ਨੌਕਰੀ ਦੇ ਬਹਾਨੇ ਲੈ ਜਾਂਦੇ ਆ, ਮੁੜ ਕੇ ਉਹ ਮੁੜਦੀਆਂ ਨਹੀਂ। ਇਹ ਚਰਚਾ ਬੜੀ ਵਾਰ ਚੱਲ ਚੁੱਕੀ ਹੈ ਜੀ। ਬਲੋਚਿਸਤਾਨ ਦੇ ਤੇ ਉਹਨਾਂ ਇਲਾਕਿਆਂ ਦੇ ਲੋਕ ਇਹਨਾਂ ਗੱਲਾਂ ਦਾ ਵਿਰੋਧ ਕਰਦੇ ਆ, ਉਹਨਾਂ ਦੀ ਆਪਣੀ ਸਰਕਾਰ ਦਾ ਵਿਰੋਧ ਕਰਦੇ ਪਿਆ। ਉਸ ਵਿਰੋਧ ਦਾ ਕਰਕੇ ਮੈਂ ਇਹ ਸਮਝਦਾ ਕਿ ਇਹ ਸਾਰਾ ਕੁਝ ਜੋ ਹੈਗਾ ਉੱਥੋਂ ਦੀ ਸਰਕਾਰ ਨੂੰ ਵੀ ਸਮਝਣਾ ਚਾਹੀਦਾ। ਹਾਲਾਤ ਪੈਰੋ ਪੈਰ ਇਹੋ ਜਿਹੇ ਆ ਕਿ ਉੱਥੇ ਦੀ ਜਿਹੜੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਇੱਕ ਬਣੀ ਪਈ ਆ, ਉਹ ਲਗਾਤਾਰ ਹਮਲੇ ਕਰਦੀ ਆ। ਚੀਨ ਦੀ ਸਰਕਾਰ ਬਹੁਤ ਭੜਕੀ ਆ ਕਿ ਸਾਡੇ 4 ਇੰਜੀਨੀਅਰ ਮਾਰਤੇ, ਉਹਨਾਂ ਦੇ 4 ਨੇ, ਨਾਲ ਸਿਕਿਉਰਿਟੀ ਵਾਲੇ ਪਾਕਿਸਤਾਨ ਦੇ ਆਪਣੇ ਵੀ 9 ਮਰੇ ਆ ਜੀ। ਅੱਤਵਾਦੀ 2 ਮਰੇ, ਉਹਨਾਂ ਨੂੰ ਛੱਡ ਦਿਓ। ਹਾਲਾਤ ਖਤਰਨਾਕ ਨੇ। ਪਾਕਿਸਤਾਨ ਦੀ ਸਰਕਾਰ ਇਸ ਵੇਲੇ ਕੇਅਰ ਟੇਕਰ ਹੱਥਾਂ 'ਚ ਆ, ਪ੍ਰਧਾਨ ਮੰਤਰੀ ਵਗੈਰਾ ਚੋਣਾਂ ਲੜਨ ਵਾਸਤੇ ਚਲੇ ਗਏ ਆ। ਇਸ ਕਰਕੇ ਉੱਥੇ ਹਾਲਾਤ ਇੱਕਦਮ ਕੰਟਰੋਲ ਤਾਂ ਹੋਣੇ ਨਹੀਂ, ਪਰ ਕੁਝ ਨਾ ਕੁਝ ਕਰਨਾ ਪਵੇਗਾ, ਨਹੀਂ ਤੇ ਚੀਨ ਦਾ ਹੱਥ ਬਹੁਤ ਕਰੜਾ, ਉਹ ਪਾਕਿਸਤਾਨ ਨੂੰ ਤੰਗ ਕਰੂਗਾ। ਪਰ ਸਰ ਜਾਂਦੇ ਡੋਨਲਡ ਟਰੰਪ ਉਹਨਾਂ ਦੀ ਗੱਲ ਵੀ ਕਰ ਲੈਂਦੇ, ਕੁਛ ਨਾ ਕੁਛ ਤਾਂ ਉਹਨਾਂ ਨੂੰ ਵੀ ਕਰਨਾ ਪੈਣਾ, ਕਿਉਂਕਿ 4 ਕੇਸ ਦਰਜ ਹੋ ਚੁੱਕੇ ਹੈ ਤੇ ਆਉਣ ਵਾਲੇ ਸਮੇਂ 'ਚ ਚੋਣਾਂ ਵੀ ਅਗਲੇ ਸਾਲ। ਕਿੱਧਰ ਨੂੰ ਗੱਲ ਜਾਂਦੀ ਲੱਗਦੀ ਜੀ? ਦੇਖੋ, ਡੋਨਲਡ ਟਰੰਪ ਲਗਾਤਾਰ ਫਸਦਾ ਜਾ ਰਿਹਾ। ਉਹਨੇ 4 ਸਾਲ ਪਹਿਲਾਂ ਜਦੋਂ ਉਹ ਚੋਣ 'ਚ ਹਾਰ ਚੁੱਕਾ ਸੀ, ਐਨ ਉਸ ਮੌਕੇ ਜਿਹੜੀਆਂ ਗੱਲਾਂ ਕੀਤੀਆਂ ਉਹ ਚੰਗੀਆਂ ਨਹੀਂ ਸੀ। ਉਹਨੇ ਪਹਿਲਾਂ ਇਹ ਕਹਿ ਦਿੱਤਾ ਕਿ ਜੇ ਮੈਂ ਹਾਰ ਗਿਆ ਤੇ ਮੈਂ ਤਾਂ ਵੀ ਵਾਈਟ ਹਾਊਸ ਛੱਡਣਾ ਨਹੀਂ। ਫਿਰ ਚੋਣ ਦੀ ਤੋਂ ਕਹਿ ਦਿੱਤਾ ਮੈਨੂੰ ਸ਼ੱਕ ਹੈ ਹੇਰਾਫੇਰੀ ਹੋਊਗੀ। ਜਦੋਂ ਨਤੀਜਾ ਆਉਣ ਲੱਗਾ ਤਾਂ ਉਹਨੇ ਆਖਿਆ ਜੀ ਮੈਨੂੰ ਤੇ 11,000 ਵੋਟਾਂ ਦੀ ਲੋੜ ਹੈ, ਇਹ ਹੇਰਾਫੇਰੀ ਹੁੰਦੀ, ਮੈਂ ਦੁਬਾਰਾ ਵੋਟਾਂ ਗਿਣਾਉਣੀਆਂ, ਮੈਨੂੰ ਇਲੈਕਟ੍ਰੋਨਿਕ ਮਸ਼ੀਨਾਂ ਤੇ ਭਰੋਸਾ ਨਹੀਂ। ਫਿਰ ਪਰਚੀਆਂ ਵਾਲੀ ਗਿਣਤੀ ਕੀਤੀ, ਉਹਨੂੰ ਵੀ ਕਹਿ ਦਿੱਤਾ ਮੈਂ ਨਹੀਂ ਮੰਨਦਾ। ਜਦੋਂ ਉਸ ਨਤੀਜੇ ਨੂੰ ਉੱਥੋਂ ਦੀ ਪਾਰਲੀਮੈਂਟ ਨੇ ਮਾਨਤਾ ਦੇਣੀ ਸੀ, ਉਹਦੇ ਉੱਤੇ ਮੋਹਰ ਲਾਉਣੀ ਸੀ, ਪਾਰਲੀਮੈਂਟ 'ਚ ਮਤਾ ਜਾ ਰਿਹਾ ਸੀ, ਉਦੋਂ ਇਹਨੇ ਇਹੋ ਜਿਹੇ ਬਿਆਨ ਦਿੱਤੇ ਕਿ ਭੜਕੀ ਭੀੜ ਪਾਰਲੀਮੈਂਟ 'ਤੇ ਜਾ ਵੜੀ। ਹੁਣ ਉਹ ਪਾਰਲੀਮੈਂਟ 'ਤੇ ਜਾ ਚੜ੍ਹੇ ਜਦੋਂ ਲੋਕ, ਦੁਨੀਆ ਦੀ ਮਹਾਸ਼ਕਤੀ ਹੋਵੇ, ਪਾਰਲੀਮੈਂਟ ਮੈਂਬਰਾਂ ਨੂੰ ਕੁੱਟਿਆ ਜਾਵੇ, ਸਪੀਕਰ ਭੱਜ ਕੇ ਜਾਨ ਬਚਾਵੇ, ਸਿਕਿਉਰਿਟੀ ਵਾਲੇ 3-4 ਮਾਰੇ ਜਾਣ, ਇਹ ਉੱਥੇ ਚਟਗਲੀਆਂ ਵਾਰੇ ਪਈ ਆ, ਵੇਖਿਆ ਲੋਕ ਨਹੀਂ ਮੰਨਦੇ। ਅਖੀਰਲੇ ਵਕਤ ਤੱਕ ਲੋਕਾਂ ਨੂੰ ਉਕਸਾਉਂਦਾ ਰਿਹਾ। ਉਹਦੇ 'ਤੇ ਅੱਗੇ ਵੀ ਕੇਸ ਚੱਲਦਾ ਪਿਆ। ਹੁਣ ਇੱਕ ਨਵਾਂ ਕੇਸ ਆ ਜਿਹਦੇ ਵਿੱਚ ਗੱਲ ਦੇਸ਼ ਧਰੋਹ ਤੱਕ ਵੀ ਆ ਸਕਦੀ ਹੈ, ਦੰਗਾ ਭੜਕਾਉਣ ਦੀ ਤੇ ਹੈਗੀ ਆ। ਵਾਈਟ ਹਾਊਸ ਦਾ ਰਾਸ਼ਟਰਪਤੀ ਭਵਨ ਆ, ਉੱਥੋਂ ਦਾ ਜਿਹੜਾ ਚੀਫ ਆਫ ਸਟਾਫ ਹੈ, ਯਾਨੀ ਉੱਥੋਂ ਦੀ ਸਿਕਿਉਰਿਟੀ ਦਾ ਜਿਹੜਾ ਮੁਖੀ ਹੈ, ਉਹਦੇ ਉੱਤੇ ਵੀ ਆ ਗਈ ਹੈ ਗੱਲ। ਪਰਚੇ 'ਚ ਉਹਦਾ ਵੀ ਨਾਂ ਤੇ ਕੁਝ ਹੋਰ ਲੋਕਾਂ ਦੇ ਵੀ ਆ। ਇਹ ਮਾਮਲਾ ਸੀਰੀਅਸ ਆ। ਜੇ ਗੱਲ ਅੱਗੇ ਵਧੀ ਤੇ ਡੋਨਲਡ ਟਰੰਪ ਫਿਰ ਇਲੈਕਸ਼ਨ ਲੜਨ ਨੂੰ ਫਿਰਦਾ, ਮੇਰਾ ਖਿਆਲ ਹੈ ਇਹੋ ਜਿਹੇ ਹਾਲਾਤ 'ਚ ਉਹਦੇ ਕੋਲੋਂ ਇਸ ਵਾਰੀ ਉੱਥੇ ਇਲੈਕਸ਼ਨ ਨਹੀਂ ਲੜੀ ਜਾਣੀ। ਉਹਨੂੰ ਆਪਣਾ ਬਚਾਅ ਕਰਨ ਵਾਸਤੇ ਨਵੇਂ ਸਿਰਿਓਂ ਯਤਨ ਕਰਨੇ ਪੈਣਗੇ। ਚੋਣ ਚਾਣ ਦੀ ਗੱਲ ਤਾਂ ਭੁੱਲ ਜਾਵੇ, ਬੰਦਾ ਫਸ ਬਹੁਤ ਕਸੂਤਾ ਗਿਆ ਜੀ। ਪਵਨ ਸਾਹਿਬ, ਸਾਰੇ ਭਗਤ ਦੇ ਮਸਲਿਆਂ 'ਤੇ ਤੁਸੀਂ ਗੱਲਬਾਤ ਕੀਤੀ, ਤੁਹਾਡਾ ਬਹੁਤ ਧੰਨਵਾਦ ਜੀ। ਜੀ ਮਿਹਰਬਾਨੀ, ਸ਼ੁਕਰੀਆ ਜੀ। ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।